ਅੱਜ ਅਸੀਂ ਗੁਰਦਾਸਪੁਰ ਜ਼ਿਲ੍ਹੇ ਦੇ ਲਾਸਟ ਪਿੰਡ ਬਲਾਕ ਦਰੰਗਲਾ ਦੇ ਵਿੱਚ ਆਏ ਹਾਂ। ਇੱਥੇ ਪੰਚਾਇਤ ਸੰਮਤੀ ਦਾ ਆਫਿਸ ਹੈ, ਜਿੱਥੇ ਕਿ ਤਹਿਸੀਲ ਵੀ ਅਨਾਉਂਸ ਕੀਤੀ ਗਈ ਹੈ। ਮਹੂਰਤ ਕੀਤਾ ਗਿਆ ਤਹਿਸੀਲ ਦਾ। ਲੋਕਾਂ ਦੀਆਂ ਮੁਸ਼ਕਲਾਂ ਨੂੰ ਵੇਖਦੇ ਹੋਇਆਂ ਜ਼ਿਆਦਾਤਰ ਜ਼ਿਮੀਂਦਾਰ ਭਾਈਚਾਰਾ ਬਾਰਡਰ ਏਰੀਏ ਦੇ ਨਾਲ ਲੱਗਣ ਕਰਕੇ ਇੱਥੇ ਤਹਿਸੀਲ ਜ਼ਰੂਰੀ ਸੀ, ਔਰ ਤਹਿਸੀਲ ਨੂੰ ਇੱਥੇ ਅਪਰੂਵਲ ਦਿਵਾਉਣ ਵਾਸਤੇ ਜ਼ਿਆਦਾ ਯੋਗਦਾਨ ਕਿਸਾਨਾਂ ਵਾਸਤੇ ਕਿਹਨਾਂ ਦਾ ਪਿਆ ਹੈ। ਇੱਥੇ ਅਸੀਂ ਬੈਠੇ ਹਾਂ। ਸੰਮਤੀ ਦੇ ਚੇਅਰਮੈਨ, ਕੀ ਨਾਮ ਭਾਈ ਸਾਹਿਬ ਜੀ ਤੁਹਾਡਾ? ਸਰਦਾਰ ਜੀ ਦੱਸਿਓ। ਅਮਰਜੀਤ ਸਿੰਘ ਜੀ। ਇਹਨਾਂ ਦੇ ਕੋਲ ਬੈਠੇ ਆ। ਇਹਨਾਂ ਨੂੰ ਪੁੱਛਦੇ ਆ ਕਿ ਤੁਹਾਡਾ ਯੋਗਦਾਨ ਜੋ ਪਿਆ ਵਿੱਚ, ਉਸ ਯੋਗਦਾਨ ਦੇ ਵਿੱਚ ਤੁਹਾਨੂੰ ਕੀ ਮੁਸ਼ਕਲਾਂ ਸਹਿਣੀਆਂ ਪਈਆਂ ਔਰ ਕਿੰਨੀ ਕੁ ਦੌੜ ਪਈ ਹੈ, ਔਰ ਲੋਕਾਂ ਵਾਸਤੇ ਕੀ ਭਲੇ ਦੇ ਕੰਮ ਇੱਥੇ ਹੋਣਗੇ, ਇਹਦੇ ਬਾਰੇ ਥੋੜ੍ਹੀ ਚਾਨਣਾ ਪਾਇਓ। ਸਭ ਤੋਂ ਪਹਿਲੇ ਤੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਅਮਰਜੀਤ ਸਿੰਘ ਬਲਾਕ ਸੰਮਤੀ ਚੇਅਰਮੈਨ ਹਾਂ। ਮੇਰੇ ਹਲਕੇ ਦੇ ਕਰੀਬ ਇਸ ਬਲਾਕ ਦੇ 70 ਕੁ ਪਿੰਡ ਪੈਂਦੇ ਨੇ, ਅਤੇ ਇਹਨਾਂ ਪਿੰਡਾਂ ਦੀ ਕਾਫੀ ਦੇਰ ਤੋਂ ਮੰਗ ਸੀ ਵੀ ਸਾਨੂੰ ਜਿਹੜਾ ਕੰਮ ਕਰਾਉਣ ਲਈ ਜਾਂ ਗੁਰਦਾਸਪੁਰ ਅਤੇ ਜਾਂ ਦੀਨਾਨਗਰ ਜਾਣੇ ਪੈਂਦਾ, ਜਿਹਦੇ 'ਚ ਸਾਡੀ ਸਾਰੀ ਦਿਹਾੜੀ ਬਾਰਡਰ ਏਰੀਏ ਤੋਂ ਚੱਲ ਕੇ ਜਾਂਦੇ ਹਾਂ। ਸਾਰੀ ਦਿਹਾੜੀ ਖੱਜਲ ਖੁਆਰ ਹੋ ਜਾਂਦੀ ਹੈ। ਸਾਡੇ ਬੱਚੇ ਵੀ ਖੱਜਲ ਹੁੰਦੇ ਆ। ਕਿਸੇ ਨੇ ਸਰਟੀਫਿਕੇਟ ਬਣਾਉਣੇ ਹੁੰਦੇ ਆ, ਜਿੱਦਾਂ ਕਹਿ ਲਓ ਤੁਸੀਂ ਬਾਰਡਰ ਏਰੀਆ ਬਣਾਉਣਾ ਹੁੰਦਾ, ਜਾਤ ਦਾ ਬਣਾਉਣਾ ਹੁੰਦਾ, ਜਾਂ ਰਿਹਾਇਸ਼ ਦਾ ਬਣਾਉਣਾ ਹੁੰਦਾ, ਜਾਂ ਹੋਰ ਕੋਈ ਵੀ, ਅਤੇ ਉਹਦੇ ਕਰਕੇ ਸਾਰੇ ਬੜੀ ਖੱਜਲ ਖੁਆਰੀ ਹੁੰਦੀ ਹੈ। ਅਤੇ ਜਿੱਦਾਂ ਵੀ ਹੁੰਦਾ ਸਾਡੀ ਕਰਾ ਕੇ ਤਹਿਸੀਲ ਜਿਹੜੀ ਹੈ ਸਾਨੂੰ ਇੱਥੇ ਗੱਭੇ ਜੀ ਸੈਂਟਰ ਜੇ 'ਚ ਬਲਾਕ ਦੇ ਬਣ ਜੇ, ਅਤੇ ਜਿਹਦੇ ਤੋਂ ਸਾਰੇ ਪਿੰਡ ਕਵਰ ਹੋ ਜਾਣ। ਸੋ ਅਸੀਂ ਮੈਡਮ ਅਰੁਣਾ ਚੌਧਰੀ ਜੀ ਜੋ ਕੈਬਨਿਟ ਮੰਤਰੀ ਪੰਜਾਬ ਹੈ ਇਸ ਟਾਈਮ ਮਾਲ ਮਹਿਕਮੇ ਦੇ, ਅਤੇ ਸਾਡੇ ਹਲਕੇ ਦੀਨਾਨਗਰ ਤੋਂ ਹੈ, ਬਹੁਤ ਹੀ ਮਿਹਨਤਕਸ਼, ਇਮਾਨਦਾਰ ਅਤੇ ਸੰਘਰਸ਼ ਕਰਨ ਵਾਲੇ ਨੇਤਾ। ਅਸੀਂ ਉਹਨਾਂ ਨੂੰ ਬੇਨਤੀ ਕੀਤੀ ਕਿ ਮੈਡਮ ਜੀ, ਜੇ ਮਤਲਬ ਵੀ ਇੱਥੇ ਤਹਿਸੀਲ ਬਣ ਜੇ, ਅੱਗੇ ਤੁਸੀਂ ਬਲਾਕ ਬਣਾ ਕੇ ਅਤੇ ਬੜੀ ਵੱਡੀ ਇਸ ਇਲਾਕੇ ਨੂੰ ਦੇਣ ਆ ਤੁਹਾਡੀ, ਅਤੇ ਕਿਰਪਾ ਕੀਤੀ ਇਸ ਇਲਾਕੇ 'ਤੇ, ਅਤੇ ਹੁਣ ਜੇ ਤਹਿਸੀਲ ਵੀ ਬਣਾ ਦਿਓ ਅਤੇ ਉਹ ਜਿਹੜਾ ਬਹੁਤ ਹੀ ਵੱਡਾ ਉਪਕਾਰ ਹੋਏਗਾ ਇਸ ਇਲਾਕੇ 'ਤੇ। ਕਿੰਨੇ ਪਿੰਡਾਂ ਦਾ ਇੱਥੇ ਜੋ ਹੈ ਪਿੰਡਾਂ ਨੂੰ ਫਾਇਦਾ ਹੋਵੇਗਾ? ਕਿੰਨੇ ਪਿੰਡ ਲੱਗਦੇ ਆ ਇਸ ਤਹਿਸੀਲ ਨੂੰ? ਕਰੀਬ 70 ਦੇ ਕਰੀਬ ਪਿੰਡ ਪੈਂਦੇ ਆ ਜੀ, ਅਤੇ 67 ਪੰਚਾਇਤਾਂ, ਕਈ ਵਾਰੀ 2-2 ਪਿੰਡਾਂ ਦੇ ਵੀ ਲਾਗੇ ਮਿਲ ਕੇ ਹੋ ਜਾਂਦੇ। 70 ਦੇ ਕਰੀਬ ਤੁਸੀਂ ਮੰਨ ਕੇ ਚੱਲੋ ਵੀ ਪਿੰਡ ਪੈਂਦੇ ਆ। ਕੁਝ ਪਿੰਡਾਂ ਦੇ ਵਿੱਚ ਰੋਸ ਚੱਲ ਰਿਹਾ ਕਿ ਸਾਨੂੰ ਇਹ ਏਰੀਆ ਜੋ ਹੈ ਉਹ ਦੂਰ ਪੈਂਦਾ, ਜਾਂ ਸਾਡੇ ਪਿੰਡਾਂ ਤੋਂ ਕਨਵੈਂਸ ਨਹੀਂ ਆ। ਜ਼ਿਆਦਾਤਰ ਚਲੋ ਮੈਂ ਕਹਿ ਦਿੰਦਾ, ਮੈਂ ਕਹਿਣੀ ਨਹੀਂ ਸੀ ਗੱਲ, ਕਿ ਤੁਹਾਡਾ ਹੀ ਪਿੰਡ ਬਹਿਰਾਮਪੁਰ ਹੈ। ਤੁਹਾਡੇ ਬਹਿਰਾਮਪੁਰ ਦੇ ਲੋਕ ਜੋ ਹੈ ਕਹਿ ਰਹੇ ਆ ਕਿ ਸਾਨੂੰ ਦੂਰ ਪੈਂਦਾ। ਇਹਦੇ ਬਾਰੇ ਕੋਈ ਚਾਨਣਾ ਪਾਓਗੇ ਕਿ ਕੀ ਸੁਵਿਧਾ ਦਿੱਤੀ ਜਾਏਗੀ ਲੋਕਾਂ ਨੂੰ ਇੱਥੇ? ਹਾਂਜੀ, ਉਹਦੇ 'ਚ ਇਹ ਹੈ ਜੀ, ਦੇਖੋ ਜਦ ਤੱਕ ਕਿਸੇ ਚੀਜ਼ ਦੇ ਵਿੱਚ ਬੰਦਾ ਬੜੇ ਨਾ ਅਜਮਾਏ ਨਾ ਕਿਸੇ ਚੀਜ਼ ਨੂੰ, ਇੱਦਾਂ ਹੀ ਮਤਲਬ ਵੀ ਉਸ ਚੀਜ਼ ਨੂੰ ਨਾ ਪੱਖੀ ਸੋਚ ਰੱਖਣੀ, ਉਹ ਕੋਈ ਵਧੀਆ ਗੱਲ ਨਹੀਂ। ਦੇਖੋ ਜਿਹੜੀ ਤਹਿਸੀਲ ਹੈ, ਸਾਡਾ ਜਿਹੜਾ ਬਲਾਕ ਦਰੰਗਲੇ ਦਾ ਲਾਸਟ ਪਿੰਡ ਹੈ ਇਹ ਬ੍ਰਹਮਪੁਰ ਹੈ। ਉਧਰੋਂ ਵੀ ਦੀਨਾਨਗਰ ਦਾ ਜਿਹੜਾ ਲਾਸਟ ਪਿੰਡ ਆ, ਹੱਦਬੰਦੀ ਉਹਦੀ ਵੀ ਬ੍ਰਹਮਪੁਰ ਦੀ ਪੈਂਦੀ ਹੈ। ਉਦੋਂ ਤੇ ਇਹਨਾਂ ਨੂੰ ਉਹ ਵੀ ਦੂਰ ਲੱਗਦਾ ਹੋਵੇਗਾ ਜਦੋਂ ਦੀਨਾਨਗਰ ਨਾਲ ਜੁੜਿਆ। ਹਾਂ, ਜਦੋਂ ਕਿਸੇ ਪਾਸੇ ਨੂੰ ਪੈਰਾ ਪਿਆ ਦਾ ਹੋਏ ਨਾ ਬੰਦੇ ਦਾ, ਅਤੇ ਉਹਨੂੰ ਉਹ ਭਾਵੇਂ ਦੂਰ ਵੀ ਹੋਵੇ ਨੇੜੇ ਲੱਗਦਾ। ਹਾਲਾਂਕਿ ਉਹ 7 ਕਿਲੋਮੀਟਰ ਹੈ ਅਤੇ ਇਹ ਮੇਰੇ ਹਿਸਾਬ ਨਾਲ 6 ਕਿਲੋਮੀਟਰ ਹੈ। ਉਹਦੇ ਨਾਲੋਂ 1 ਕਿਲੋਮੀਟਰ ਦਾ ਫਰਕ ਹੀ ਹੋਏਗਾ। ਦੂਜੀ ਗੱਲ, ਮੈਂ ਰੋਜ਼ ਜੀ ਬ੍ਰਹਮਪੁਰ ਤੋਂ ਚੱਲ ਕੇ, ਪਿੰਡ ਦੇ ਸਰਪੰਚ ਵੀ ਹਾਂ ਅਤੇ ਚੇਅਰਮੈਨ ਵੀ ਹਾਂ, ਬਲਾਕ ਸੰਮਤੀ ਦੇ ਮਿਸਿਸ ਸਰਪੰਚ ਆ, ਮੈਂ ਲੋਕਾਂ ਦੇ ਕੰਮਾਂ ਲਈ ਅਤੇ ਆਪਣੇ ਬਲਾਕ ਦੇ ਕੰਮਾਂ ਲਈ ਰੋਜ਼ ਚੱਲ ਕੇ ਬ੍ਰਹਮਪੁਰ ਤੋਂ ਆਉਣਾ। ਸਾਨੂੰ ਤਾਂ ਕਦੇ ਕੋਈ ਦੂਰ ਨਹੀਂ ਲੱਗਾ। ਇਸ ਨਾਲ ਤੇ ਲੋਕਾਂ ਨੂੰ ਹੋਰ ਬੈਨੀਫਿਟ ਹੋਏਗਾ ਕਿ ਤੁਸੀਂ ਉੱਥੇ ਹੋ, ਤੁਹਾਡੇ ਕੰਮ ਉਹਨਾਂ ਦੇ, ਤੁਹਾਡੇ ਪਿੰਡ ਦਿਆਂ ਦੇ ਜ਼ਿਆਦਾਤਰ ਜਲਦੀ ਹੋ ਜਾਣਗੇ। ਉਹਦਾ ਇਹ ਹੈ ਜੀ ਕਿ ਤਹਿਸੀਲਦਾਰ ਸਾਹਿਬ 2 ਦਿਨ ਇੱਥੇ ਬੈਠਣ ਕਰਨਗੇ ਸਾਡੇ ਕੋਲ, ਮੰਗਲਵਾਰ ਅਤੇ ਵੀਰਵਾਰ, ਅਤੇ ਲੋਕਾਂ ਨੂੰ ਜਿਹੜੇ ਆ ਕੰਮਾਂ ਦੀ ਕੋਈ ਦਿੱਕਤ ਨਹੀਂ ਆਏਗੀ। ਜਿਹੜੇ ਕੰਮ ਉਹਨਾਂ ਦੇ ਮੰਨ ਲਓ ਅੱਧੀ ਦਿਹਾੜੀ ਭੰਨ ਕੇ ਹੁੰਦੇ ਸੀ ਜਾਂ ਦਿਹਾੜੀ ਭੰਨ ਕੇ ਹੁੰਦੇ ਸੀ, ਉਹ ਘੰਟੇ ਨਹੀਂ, ਮਤਲਬ ਅਸੀਂ ਕਹਾਂਗੇ ਮਿੰਟਾਂ 'ਚ ਹੋਣਗੇ, ਕਿਉਂਕਿ ਇੱਥੇ ਤਹਿਸੀਲ ਵੱਖਰੇ ਹੋਣ ਦੇ ਕਰਕੇ ਰਸ਼ ਵੀ ਜਿਹੜਾ ਉਹ ਉਨਾ ਜ਼ਿਆਦਾ ਨਹੀਂ ਹੋਏਗਾ। ਉੱਥੇ ਉਹਨਾਂ ਦੀ ਖੱਜਲ ਖੁਆਰੀ ਦਾ ਵੀ ਬਹੁਤ ਵੱਡਾ ਜਿਹੜਾ ਉਹ ਨੁਕਸਾਨ ਹੁੰਦਾ ਸੀ, ਜਿਹੜਾ ਖੱਜਲ ਖੁਆਰ ਹੋ ਕੇ ਉਹ ਨਹੀਂ ਹੋਏਗਾ। ਆਉਂਦੇ ਉਹਨਾਂ ਦੇ ਕੰਮ ਹੋਣਗੇ। ਬਾਕੀ ਜਿਹੜੀ ਮੇਰੇ ਪਿੰਡ ਦੀ ਤੁਸੀਂ ਗੱਲ ਕੀਤੀ ਹੈ, ਉਹ ਤਾਂ ਇੱਦਾਂ ਜੀ ਵੀ ਦੇਖੋ, ਮੈਂ ਇੱਥੇ ਬਲਾਕ ਸੰਮਤੀ 'ਚ ਚੇਅਰਮੈਨ ਬੈਠਾ, ਅਤੇ ਜਿਹੜੇ ਬ੍ਰਹਮਪੁਰ ਦੇ ਲੋਕ ਆਉਣਗੇ ਉਹਨਾਂ ਨੂੰ ਤਾਂ ਵੈਸੇ ਹੀ ਮੇਰੇ 'ਤੇ ਮਾਣ ਹੋਣਾ
ਵੀ ਸਾਡਾ ਚੇਅਰਮੈਨ ਉੱਥੇ ਬੈਠਾ ਤੇ ਉਹਨਾਂ ਦਾ ਕੰਮ ਦੇਰੀ ਨਾਲ ਹੋਣ ਦਾ ਜਾਂ ਅੜਨ ਦਾ ਤੇ ਕੋਈ ਮਤਲਬ ਹੀ ਨਹੀਂ ਹੁੰਦਾ, ਮਤਲਬ ਵੀ ਉਹਦੇ ਕੋਈ ਵੀ ਨਹੀਂ ਉਹਨਾਂ ਦਾ ਕੰਮ ਅੜੇਗਾ। ਸੋ ਜਿਹੜਾ ਕੰਮ ਉਹਨਾਂ ਦਾ ਜਦੋਂ ਲੋਕਾਂ ਦੇ ਕੰਮ ਛੇਤੀ ਜਲਦੀ ਹੋਣੇ ਚਾਲੂ ਹੋ ਗਏ ਤੇ ਇੱਜ਼ਤ ਮਾਣ ਨਾਲ ਹੋਣੇ ਚਾਲੂ ਹੋ ਗਏ, ਸਾਰਾ ਕੁਝ ਲੋਕਾਂ ਨੇ ਆਪੇ ਭੁੱਲ ਜਾਣਾ ਤੇ ਇਹਨੂੰ ਬਹੁਤ ਵਧੀਆ ਚੰਗਾ ਕਹਿਣ ਲੱਗ ਪੈਣਾ ਲੋਕਾਂ। ਇਸ ਗੱਲ ਨੂੰ ਤੇ ਤੁਸੀਂ ਪਹਿਲਾਂ ਹੀ ਬੜੇ ਜਾਣੇ ਜਾਂਦੇ ਹੋ ਕਿ ਤੁਸੀਂ ਪਹਿਲ ਕਰਦੇ ਹੋ, ਰਾਤ ਬਰਾਤ ਵੀ ਲੋਕਾਂ ਨੂੰ ਕੋਈ ਜ਼ਰੂਰਤ ਹੁੰਦੀ ਹੈ ਤੇ ਤੁਸੀਂ ਜਾਂਦੇ ਹੋ, ਇਹ ਤੇ ਵਿੱਚ ਚਰਚਾ ਦਾ ਵਿਸ਼ਾ ਰਹਿੰਦੇ ਹੋ ਤੁਸੀਂ ਹਰ ਵੇਲੇ। ਆਮ ਗੱਲਾਂ ਵਿੱਚ ਵੇਖੀਦਾ, ਅਸੀਂ ਤਹਿਸੀਲ ਦੀਨਾਨਗਰ ਦੇ ਵਿੱਚ ਵੀ ਬੈਠੀ ਦਾ ਗੱਲਾਂ ਬਾਤਾਂ ਚੱਲਦੀਆਂ ਤੁਹਾਡੀਆਂ। ਇਸੇ ਗੱਲ ਨੂੰ ਅੱਜ ਇੱਥੇ ਆਏ ਸਾਂ ਆਪਾਂ ਅੱਜ ਕਿ ਇਸ ਤਹਿਸੀਲ ਬਾਰੇ ਪੁੱਛਦੇ ਹਾਂ ਕਿ ਕੀ ਸਹੂਲਤਾਂ ਲੋਕਾਂ ਨੂੰ ਮਿਲਣੀਆਂ ਔਰ ਕਿਵੇਂ ਮਿਲਣੀਆਂ ਨੇ। ਤੁਸੀਂ ਬੜੇ ਡਿਟੇਲ ਦੇ ਵਿੱਚ ਸਮਝਾਇਆ। ਤੁਹਾਡੇ ਬਹਿਰਾਮਪੁਰ ਦਾ ਇੱਕ ਹੋਰ ਮਸਲਾ ਜੀ, ਤੁਹਾਡੇ ਬਹਿਰਾਮਪੁਰ ਦਾ ਜੋ ਥਾਣਾ ਮੌਜੂਦਾ ਪੁਲਿਸ ਉੱਥੇ ਹੈ, ਪ੍ਰਸ਼ਾਸਨ ਦੀਆਂ ਨਜ਼ਰਾਂ ਦੇ ਸਾਹਮਣੇ ਉਹ ਥਾਣੇ ਦੇ ਬਿਲਕੁਲ ਗੇਟ ਦੇ ਸਾਹਮਣੇ ਕੁਝ ਦੁਕਾਨਦਾਰਾਂ ਵੱਲੋਂ ਜੋ ਹੈ ਉਹ ਰੋਡ ਕਵਰ ਕੀਤੇ ਗਿਆ, ਰੋਡ ਦੇ ਉੱਤੇ ਜਾ ਕੇ ਦੁਕਾਨਾਂ ਚੜਾਈਆਂ ਗਈਆਂ, ਜਿਹਦੇ ਵਿੱਚ ਗੰਨਾ ਕਾਸ਼ਤਕਾਰ ਜੋ ਜ਼ਿਮੀਂਦਾਰ ਤਬਕਾ ਹੈ, ਜੋ ਇਸ ਵੇਲੇ ਕਿਸਾਨ ਜਥੇਬੰਦੀਆਂ, ਉਹ ਸਾਨੂੰ ਕਾਲਾਂ ਕਰਕੇ ਕਹਿ ਰਹੀਆਂ ਕਿ ਭਾਜੀ ਇਹਦੇ ਬਾਰੇ ਕੋਈ ਥੋੜ੍ਹੀ ਚਾਨਣਾ ਪਾਓ ਔਰ ਚੇਅਰਮੈਨ ਸਾਹਿਬ ਦੇ ਨਾਲੇ 'ਚ ਲਿਆਓ ਔਰ ਦੁਕਾਨਾਂ ਜਿਹੜੀਆਂ, ਕੀ ਕਹੋਗੇ ਉਹਨਾਂ ਬਾਰੇ? ਪਹਿਲੇ ਤੇ ਜਿਹੜਾ ਤੁਹਾਡਾ ਪਹਿਲਾ ਸਵਾਲ ਆ ਉਹਨੂੰ ਵਿੱਚੇ ਰਹਿ ਗਿਆ, ਅਧੂਰਾ ਰਹਿ ਗਿਆ, ਮੈਂ ਸਮਝਣਾ ਉਹਨੂੰ ਥੋੜ੍ਹਾ ਜਿਹਾ ਪਹਿਲੇ ਕੰਪਲੀਟ ਕਰ ਲਈ, ਫਿਰ ਮੈਂ ਨਾਲ ਹੀ ਇਹਦਾ ਵੀ ਜਵਾਬ ਦੇਣਾ ਤੁਹਾਨੂੰ। ਉਹਦਾ ਇਹ ਹੈ ਭਾਈ ਸਾਹਿਬ, ਜਦੋਂ ਦੇਖੋ ਸਾਡੇ ਲੀਡਰ ਆ ਨੇ ਜਿਹੜੇ ਮੈਡਮ ਮਰਨਾ ਚੌਧਰੀ, ਬਾਬੂ ਸ਼ੋਕ ਜੀ, ਬਹੁਤ ਹੀ ਮੈਂ ਤੁਹਾਨੂੰ ਪਹਿਲੇ ਕਿਹਾ ਮਿਹਨਤਕਸ਼ ਤੇ ਸੰਘਰਸ਼ ਕਰਨ ਵਾਲੇ ਇਮਾਨਦਾਰ ਤੇ ਪੜ੍ਹੇ ਲਿਖੇ ਸਾਡੀ ਉਹ ਮੰਤਰੀ ਆ ਸ਼੍ਰੀਮਤੀ ਅਰਨਾ ਚੌਧਰੀ ਜੀ। ਉਹਨਾਂ ਨੂੰ ਕੋਈ ਵੀ ਕੰਮ ਜਿਹੜਾ ਅੱਜ ਤੱਕ ਉਹਨਾਂ ਨੇ ਫੜਿਆ ਨਾ ਇਲਾਕੇ ਦੇ ਵਿਕਾਸ ਲਈ, ਉਹ ਅੱਧ ਵਿੱਚ ਨਹੀਂ ਛੱਡਿਆ, ਉਹਨੂੰ ਸਿਰੇ ਲਾ ਕੇ ਛੱਡਿਆ। ਸੋ ਇਹ ਜਦੋਂ ਅਸੀਂ ਬੇਨਤੀ ਕੀਤੀ ਤਹਿਸੀਲ ਦੀ ਤੇ ਉਹਨਾਂ ਨੇ ਸਾਨੂੰ ਉਦੋਂ ਦੱਸਿਆ ਜਦੋਂ ਇਹਦੇ ਪੈਸੇ ਮਨਜ਼ੂਰ ਕਰਾ ਲਏ ਤੇ ਫਿਰ ਉਹਨਾਂ ਨੇ ਸਾਨੂੰ ਦੱਸਿਆ ਵੀ ਤਹਿਸੀਲ ਤੁਹਾਡੀ ਫਲਾਣੇ ਦਿਨ ਉਦਘਾਟਨ ਕਰਨਾ। ਸੋ ਅਸੀਂ ਵੀ ਉਹਨਾਂ ਦੇ ਨਕਸ਼ੇ ਕਦਮਾਂ 'ਤੇ ਚੱਲਦੇ ਹਾਂ, ਜਿਹੜੇ ਲੋਕਾਂ ਦੇ ਲਈ ਹਰ ਵਕਤ ਅਸੀਂ ਪਿੰਡ ਲੈਵਲ 'ਤੇ ਵੀ ਤੇ ਬਲਾਕ ਦੇ ਵਿੱਚ ਵੀ ਹਾਜ਼ਰ ਹਾਂ। ਕਿਸੇ ਨੂੰ ਕੋਈ ਤਕਲੀਫ ਹੋਵੇ ਉਹ ਸਾਡੇ ਕੋਲ ਆਵੇ, ਜਿੰਨੀ ਜੋਗੇ ਅਸੀਂ ਆਏ ਹਾਂ ਉਹਦੇ ਤੋਂ ਵੱਧ ਅਸੀਂ ਜ਼ੋਰ ਲਾ ਕੇ ਲੋਕਾਂ ਦੇ ਕੰਮ ਕਰਦੇ ਹਾਂ। ਹੁਣ ਰਹੀ ਗੱਲ ਮੇਰੇ ਪਿੰਡ ਦੀ, ਤੁਹਾਡਾ ਜਿਹੜਾ ਸਵਾਲ ਸੀ, ਠੀਕ ਹੈ, ਪਿੰਡ ਦੀਆਂ ਦੁਕਾਨਾਂ ਜਿਹੜੀਆਂ 10 ਦੁਕਾਨਾਂ ਉੱਥੇ ਪੰਚਾਇਤ ਦੀਆਂ ਪਈਆਂ, ਇਹ ਜਿਹੜੀਆਂ ਦੁਕਾਨਾਂ ਸੀ ਇਹਨਾਂ ਤੋਂ ਇਹਨਾਂ ਵੱਲ ਕੋਈ ਗੌਰ ਨਹੀਂ ਕੀਤੀ ਗਈ। ਜਦੋਂ ਮੈਂ ਪ੍ਰਬੰਧਕ ਲੱਗੇ ਦਾ ਸੀ, ਮੇਰੇ ਪਿੰਡ ਮਤਲਬ ਵੀ ਪ੍ਰਬੰਧਕ ਕੰਮ ਕਰਦਾ ਸੀ, ਮੇਰੀ ਤੇ ਇਹਨਾਂ ਨੇ ਚੱਲਣ ਨਹੀਂ ਦਿੱਤੀ। ਉਹਦੇ ਦੌਰਾਨ ਲੋਕਾਂ ਨੇ ਆਪਣੀ ਮਨਮਰਜ਼ੀ ਦੇ ਨਾਲ ਹੀ ਅੱਗੇ ਬਰਾਂਡੇ ਪਾ ਕੇ ਆਪਣੇ ਕੋਲੋਂ ਖਰਚਾ ਕਰਕੇ ਤੇ ਉਹ ਛੱਤ ਕੇ ਤੇ ਬਰਾਂਡੇ ਪਾਲੇ। ਬਰਾਂਡਾ ਜਿਹੜਾ ਸੀ ਉਹਦੇ 'ਚ ਕੰਧਾਂ ਦੇ ਕੇ ਪਰਦੇ ਦੇ ਕੇ ਤੇ ਆਪਣੀਆਂ ਦੁਕਾਨਾਂ ਲੰਬੀਆਂ ਕਰ ਲਈਆਂ। ਹੁਣ ਦੁਕਾਨਾਂ ਲੰਬੀਆਂ ਹੋਣ ਦੇ ਨਾਲ ਉਹਦਾ ਜਿਹੜਾ ਸਮਾਨ ਸੀ ਉਹ ਫਿਰ ਅੱਗੇ ਉੱਦਾਂ ਹੀ ਲਾਣਾ ਸ਼ੁਰੂ ਕਰਦਾ, ਜਿਹਦੇ ਨਾਲ ਮੈਂ ਸਮਝਦਾ ਇਸ ਗੱਲ ਨੂੰ ਵੀ ਉੱਥੇ ਗੰਨੇ ਦੀਆਂ ਟਰਾਲੀਆਂ ਜਾਂ ਕਿਸੇ ਆਉਣ ਵਿੱਚ ਅੜਚਨ ਹੋ ਸਕਦੀ ਹੈ। ਅਜੇ ਤੱਕ ਆਈ ਨਹੀਂ ਮੇਰੀ ਨੌਲੇਜ 'ਚ, ਪਰ ਹੋ ਸਕਦੀ ਹੈ। ਪਰ ਉਹਨੂੰ ਮੈਂ ਪਹਿਲ ਦੇ ਆਧਾਰ ਦੇ ਉੱਤੇ, ਭਾਵੇਂ ਹੋ ਸਕਦਾ ਅੱਜ ਹੀ ਮੈਂ ਕਹਿ ਕੇ ਉਹਨੂੰ SHO ਸਾਹਿਬ ਨੂੰ ਜਾਂ ਕਿਸੇ ਨੂੰ ਕਹਿ ਕੇ ਤੇ ਉਹ ਥੋੜ੍ਹਾ ਜਿਹਾ ਸਮਾਨ ਜਿਹੜਾ ਉਹਨਾਂ ਦਾ ਦੁਕਾਨਾਂ ਦੇ ਅੰਦਰ ਕਰਵਾ ਦਿਆਂਗਾ, ਉਹ ਕੋਈ ਦਿੱਕਤ ਨਹੀਂ ਆਏਗੀ। ਇਹਨੂੰ ਪਹਿਲ ਦੇ ਆਧਾਰ 'ਤੇ ਕਰਾਇਆ ਜਾਏਗਾ। ਇਹੀ ਗੱਲ ਅਸੀਂ ਸਮਝਦੇ ਸੀ ਕਿ ਤੁਸੀਂ ਸਾਡੀ ਜਿਹੜੀ ਗੱਲ ਆ ਉਹ ਬੜੀ ਤਰੀਕੇ ਨਾਲ ਫੋਲੋ ਕਰੋਗੇ ਔਰ ਚਾਨਣਾ ਪਾਓਗੇ ਸਾਨੂੰ ਵਧੀਆ ਰੱਖ ਕੇ। ਅੱਜ ਅਸੀਂ ਇਸ ਦਰਾਂਗਲਾ ਬਲਾਕ ਦੇ ਵਿੱਚ ਆਏ ਹਾਂ, ਇਸ ਆਫਿਸ ਦੇ ਵਿੱਚ ਬੈਠੇ ਹਾਂ। ਇੱਥੇ ਹੀ ਤਹਿਸੀਲ ਕੰਪਲੈਕਸ ਹੈ। ਜੋ ਵੀ ਸਾਡੇ ਚੈਨਲ ਦੇ ਮਾਧਿਅਮ ਰਾਹੀਂ ਸੁਣ ਰਿਹਾ ਉਹਦੀ ਨੌਲੇਜ ਵਾਸਤੇ ਦੱਸ ਦਿੱਤਾ ਕਿ ਇਹ ਉਹ ਸ਼ਖਸ ਨੇ ਜਿਨ੍ਹਾਂ ਨੇ ਜ਼ਿਮੀਂਦਾਰ ਕਿਸਾਨ ਭਰਾਵਾਂ ਵਾਸਤੇ ਇਹ ਜੰਗ ਲੜੀ ਹੈ ਔਰ ਸਰਕਾਰ ਦੇ ਕੋਲ ਬਾਰ-ਬਾਰ ਅਪੀਲਾਂ ਕਰਕੇ ਇਸ ਜਗ੍ਹਾ ਦੇ ਉੱਤੇ ਤਹਿਸੀਲ ਜੋ ਆ ਮਨਜ਼ੂਰ ਕਰਵਾਈ ਹੈ। ਮੈਂ ਹਰਜਿੰਦਰ ਸਿੰਘ, ਦੀਨਾਨਗਰ, ਜ਼ਿਲ੍ਹਾ ਗੁਰਦਾਸਪੁਰ।